ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ। या माया के डांडे सूर के सन्मुख रन ते डर पै। सती के सांचै भांडे डगमग छाड़ रे। मन बौरा अब तो जरे मरे सिद्ध पाइय। लीनो हाथ संधौरा रहाओ। काम क्रोध माया के लीने या बिद जगत बेगूता। कह कबीर राजा राम ना छोड़ो। सगल ऊच ते ऊंचा। काम क्रोध माया के लीने या बिद जगत बेगूता। कह कबीर राजा राम ना छोड़ो। सगल ऊच ते ऊंचा। वाहिगुरु जी का खालसा वाहिगुरु जी की फतेह। सो परम सन्मान योग जुगो जुग अटल चवर छतर अते तखत दे मालक बाणी के बोहेत ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ 'ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨ। ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਹਜ਼ੂਰ ਸੰਪੂਰਨ ਕਰਨ। ਜੋ ਹਜ਼ੂਰ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ। ਸੋ ਸਾਧ ਸੰਗਤ ਜੀ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 338 ਤੇ ਦਰਜ ਹੈ। ਸੋ ਜਿਸ ਪ੍ਰਕਾਰ ਰੋਜ਼ਾਨਾ ਆਪਾਂ ਵਿਚਾਰ ਸਾਂਝੀ ਕਰਦੇ ਹਾਂ ਕਿ ਗੁਰਬਾਣੀ ਵਿੱਚ ਭਾਵੇਂ ਸ਼ਬਦਾਂ ਦੇ
ਆਕਾਰ ਵਿਸਥਾਰ ਵਿੱਚ ਹੋਣ ਜਾਂ ਸੰਖੇਪ ਵਿੱਚ ਹੋਣ, ਉਹ ਸ਼ਲੋਕ ਹੋਣ ਜਾਂ ਅਸ਼ਟਪਦੀ ਦੇ ਰੂਪ ਵਿੱਚ ਹੋਣ, ਪਰ ਉਸ ਦਾ ਕੋਈ ਪ੍ਰਯੋਜਨ ਹੁੰਦਾ ਹੈ। ਮਨੁੱਖਤਾ ਵਾਸਤੇ ਕੋਈ ਮਿਲਵਾਂ ਬੱਝਵਾਂ ਸੰਦੇਸ਼ ਜਾਂ ਕਹੀਏ ਮੈਸੇਜ ਹੁੰਦਾ ਹੈ। ਤੋ ਉਸੇ ਮੈਸੇਜ ਨੂੰ ਸਮਝਣਾ ਹੀ ਕਥਾ ਦਾ ਪ੍ਰਯੋਜਨ ਹੁੰਦਾ ਹੈ। ਸੋ ਆਓ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਭਗਤ ਕਬੀਰ ਸਾਹਿਬ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਾਂ। ਸੋ ਰੋਜ਼ਾਨਾ ਦੀ ਤਰ੍ਹਾਂ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ ਔਰ ਪਿਆਰ ਨਾਲ ਇਕੱਠੇ ਹੋ ਕੇ ਗੁਰਮੰਤਰ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਗੌੜੀ 12ਵਾਂ। ਜਦੋਂ ਕਿਤੇ ਸਹਿਜ ਪਾਠ ਕਰੋ, ਗੌੜੀ ਦੇ ਅੱਗੇ ਇਸ ਤਰ੍ਹਾਂ ਇੱਥੇ ਤੁਸੀਂ ਪਹੁੰਚ ਜਾਓ ਜਿੱਥੇ ਅੱਗੇ ਹਿੰਦਸੇ ਦਾ 12 ਲਿਖਿਆ ਹੋਇਆ ਹੈ। ਇਹਨੂੰ 12 ਨਹੀਂ ਕਹਿਣਾ, ਸਾਧ ਸੰਗਤ ਇਹਨੂੰ 12ਵਾਂ ਕਹਿਣਾ ਹੈ, ਕਿਉਂਕਿ ਵਿਚਕਾਰ ਇੱਕ ਸ਼ਬਦ ਲੁਪਤ ਕੀਤਾ ਗਿਆ। ਉਹ ਸ਼ਬਦ ਹੈ ਘਰ। ਸਮਝਣ ਲਈ ਅਰਜ਼ ਕਰ ਰਿਹਾ, ਗੌੜੀ ਘਰ 12ਵਾਂ। ਇਹ ਸ਼ਬਦ ਗੌੜੀ ਰਾਗ ਵਿੱਚ ਔਰ 12ਵੇਂ ਘਰ ਦੇ ਵਿੱਚ ਗਾਇਨ ਕਰਨਾ ਹੈ। ਬਸ ਇਤਨਾ ਕੋਈ ਦਾ ਮਤਲਬ ਹੈ। ਕਬੀਰ ਸਾਹਿਬ ਮਹਾਰਾਜ ਨੇ ਹੁਣ ਜੋ ਬਖਸ਼ਿਸ਼ ਕੀਤੀ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, या ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ, ਡਗ ਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸਿੰਧੌਰਾ। ਵਕਾਰਾਂ ਦੇ ਟਾਕਰੇ ਤੇ ਜਿਹੜਾ ਤੂੰ ਯੁੱਧ ਕਰਨਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਖਦੇੜਨਾ ਹੈ, ਔਰ ਤੂੰ ਮਨ ਬਣਾ ਲਿਆ ਹੈ। ਕਦੀ ਕਦੀ ਤੂੰ ਯਤਨ ਵੀ ਕਰਨਾ ਹੈ, ਕਦੀ ਕਦੀ ਫਿਰ ਅਵੇਸਲਾ ਹੋ ਜਾਣਾ ਹੈ। ਹੇ ਮੇਰੇ ਮਨ, ਹੁਣ ਜੱਕੋ ਤੱਕੀ ਛੱਡ ਦੇ ਤੇ ਇੱਕ ਪਾਸੇ ਹੋ ਜਾ। ਡਗਮਗਾਣਾ ਛੱਡ ਦੇ, ਜੱਕੋ ਤੱਕੀ ਕਰਨੀ ਛੱਡ ਦੇ, ਡਬਲ ਮਾਈਂਡਡ ਜਿਹਾ ਨਾ ਹੋ। ਹੁਣ ਇੱਕ ਪਾਸੇ ਹੀ ਹੋ ਜਾ ਤੇ ਇਹਨਾਂ ਨਾਲ ਯੁੱਧ ਸ਼ੁਰੂ ਕਰ ਦੇ। ਜਿਸ ਤਰ੍ਹਾਂ ਕੋਈ ਸਤੀ ਸੜ ਕੇ ਹੀ ਸਤੀ ਅਖਵਾਉਂਦੀ ਹੈ। ਗੁਰਮਤ ਵਿੱਚ ਸਤੀ ਪ੍ਰਥਾ ਨੂੰ ਕੰਡੈਮ ਕੀਤਾ ਗਿਆ, ਪਰ ਇੱਥੇ ਸਿਰਫ ਐਗਜ਼ੈਂਪਲ ਹੈ। ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਚਲਾਣੇ ਤੋਂ ਬਾਅਦ ਉਹਦੇ ਨਾਲ ਜੀਂਦੇ ਜੀ ਉਹਦੀ ਚਿਖਾ ਵਿੱਚ ਸੜ ਮਰਦੀਆਂ ਸਨ, ਉਹ ਸਤੀ ਅਖਵਾਉਂਦੀਆਂ ਸਨ। ਰੂਹੇ ਜ਼ਮੀਨ ਤੇ ਪਹਿਲੀ ਵਾਰਾਂ ਗੁਰੂ ਅਮਰਦਾਸ ਨੇ ਅਕਬਰ ਨੂੰ ਕਹਿ ਕੇ ਇਹਦੇ ਖਿਲਾਫ ਸਖਤ ਕਾਨੂੰਨ ਬਣਾਇਆ ਸੀ ਵੀ ਇਹ ਨਹੀਂ ਹੋਣਾ ਚਾਹੀਦਾ। ਉਹਦੇ 'ਚ ਇੱਕ ਹੋਰ ਅੱਗੇ ਗੱਲ ਹੁੰਦੀ ਸੀ, ਸ਼ਮਸ਼ਾਨ ਦੇ ਵਿੱਚ ਉਸ ਬੀਬੀ ਨੂੰ ਨਾਲ ਲੈ ਜਾਣਾ ਤੇ ਫਿਰ ਉਹਦੇ ਹੱਥ ਵਿੱਚ ਸੰਧੂਰ ਤੇ ਨਾਰੀਅਲ ਦੇਣਾ। ਹੁਣ ਆਪਣੇ ਹੱਥਾਂ ਨਾਲ ਨਾਰੀਅਲ ਦੇ ਉੱਤੇ ਸੰਧੂਰ ਲਾਣਾ। ਹੁਣ ਧਿਆਨ ਦਿਆ ਜੇ, ਥੋੜ੍ਹੀ ਜਿਹੀ ਉਹਦੀ ਮਰਜ਼ੀ ਹੁੰਦੀ ਸੀ, ਪਰ ਜੇ ਉਹਨ ਆਪਣੇ ਹੱਥਾਂ ਨਾਲ ਨਾਰੀਅਲ ਨੂੰ ਸੰਧੂਰ ਨਾਲ ਲਬੇੜ ਲਿਆ, ਹੁਣ ਉਹ ਨਾ ਵੀ ਬਹਿਣਾ ਚਾਹੇ ਤੇ ਉਹ ਜ਼ਬਰਦਸਤੀ ਚੁੱਕ ਕੇ ਵਿੱਚ ਰੱਖ ਦਿੰਦੇ ਸਨ। ਹੁਣ ਤੇਰੀ ਅਵਸਥਾ ਉਸ ਤਰ੍ਹਾਂ ਦੀ ਬਣ ਗਈ ਹੈ ਜਿਵੇਂ ਸੰਧੂਰ ਨਾਲ ਲਿਬੜੇ ਹੋਏ ਨਾਰੀਅਲ ਨੂੰ ਕਿਸੇ ਵਿਧਵਾ ਨੇ ਹੱਥ 'ਚ ਪਕੜਿਆ ਹੋਵੇ ਤੇ ਉਹਦਾ ਪਤੀ ਚਿਖਾ ਦੇ ਉੱਤੇ ਲੇਟਿਆ ਹੋਵੇ, ਉਹ ਨਾ ਵੀ ਬਵੇ ਤੇ ਸਮਾਜ ਉਹਨੂੰ ਪਕੜ ਕੇ ਬਿਠਾ ਦਿੰਦਾ। ਭਾਵ ਤੂੰ ਵਕਾਰਾਂ ਦੇ ਟਾਕਰੇ ਤੇ ਹੁਣ ਡਟ ਜਾ, ਹੁਣ ਡਗਮਗ ਨਾ ਕਰ। ਉਹ ਇਸਤਰੀ
ਜਿਹੜੀ ਸਤੀ ਹੋਣ ਆਈ ਏ ਤੇ ਸੰਧੂਰ ਆਪਣੇ ਹੱਥੀਂ ਜਿਹਨੇ ਲਬੇੜ ਲਿਆ ਹੈ, ਹੁਣ ਤੇ ਉਹਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਇਸੇ ਤਰ੍ਹਾਂ ਵਕਾਰਾਂ ਦੇ ਟਾਕਰੇ ਤੇ ਜਦੋਂ ਦਮਗਜਾ ਵੱਜ ਗਿਆ ਹੈ, ਨਗਾਰਾ ਵੱਜ ਗਿਆ ਹੈ, ਹੁਣ ਪਿੱਛੇ ਕਿਉਂ? ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਇੱਥੇ ਦੋ ਸ਼ਲੋਕ ਨੇ ਇਕੱਠੇ ਕਬੀਰ ਸਾਹਿਬ ਦੇ, ਵੇਖੋ ਧਿਆਨ ਦਿਆ ਜੇ ਕੌਮ ਦੇ ਵਾਰਸੋ। ਦੂਜਾ ਸ਼ਲੋਕ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਹਦੇ ਵਿੱਚ ਇੱਕ ਬੜਾ ਸੁੰਦਰ ਸਿਧਾਂਤ ਹੈ ਜਿਹੜਾ ਮੈਂ ਤੁਹਾਡੀ ਨਜ਼ਰ ਕਰਨੀ ਚਾਹੁੰਦਾ। ਪਹਿਲਾ ਸ਼ਲੋਕ ਹੈ ਗਗਨ ਦਮਾਮਾ ਬਾਜਿਓ, ਦੂਜਾ ਸ਼ਲੋਕ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ। ਦੋ ਤਰ੍ਹਾਂ ਦੇ ਯੁੱਧ ਦੀ ਇਹਨਾਂ ਦੋਹਾਂ ਸ਼ਲੋਕਾਂ 'ਚ ਗੱਲ ਹੈ। ਪਹਿਲਾ ਸ਼ਲੋਕ ਦਮਾਮੇ ਦੀ ਗੱਲ ਗਗਨ ਵਿੱਚ ਆਉਂਦੀ ਹੈ। ਹੁਣ ਗਗਨ ਵਿੱਚ ਤੇ ਜਦੋਂ ਯੁੱਧ ਹੁੰਦਾ ਪਿਆਰਿਓ, ਧਰਤੀ ਤੇ ਰੂਹੇ ਜ਼ਮੀਨ ਤੇ ਨਗਾਰਾ ਆਕਾਸ਼ ਵਿੱਚ ਥੋੜਾ ਵੱਜਦਾ ਹੈ, ਨਗਾਰਾ ਵੀ ਜ਼ਮੀਨ ਤੇ ਹੀ ਵੱਜਦਾ ਹੈ ਨਾ, ਧਿਆਨ ਦਿਆ ਜੇ। ਇਹ ਪਹਿਲੇ ਸ਼ਲੋਕ ਵਿੱਚ ਅੰਦਰੂਨੀ ਯੁੱਧ ਦੀ ਗੱਲ ਹੋ ਰਹੀ ਹੈ। ਵਕਾਰਾਂ ਦੇ ਟਾਕਰੇ ਤੇ ਜਿਹੜਾ ਯੁੱਧ ਹੁੰਦਾ ਇਨਸਾਨ ਦਾ, ਉਹਦੀ ਗੱਲ ਹੋ ਰਹੀ ਹੈ। ਤੇ ਇਹ ਸਾਰੀ ਅਵਸਥਾ ਕਿੱਥੇ ਬਣਦੀ ਹੈ? ਗਗਨ ਵਿੱਚ। ਗਗਨ ਕੀ ਹੈ? ਸਾਡਾ ਗਗਨ ਸਾਡਾ ਚਿੱਤਾਕਾਸ਼ ਹੈ, ਸਾਡਾ ਸਿਰ ਹੈ, ਸਾਡਾ ਦਿਮਾਗ ਹੈ। ਇੱਥੇ ਨਗਾਰਾ ਵੱਜਾ, ਇੱਥੇ ਟ੍ਰੇਨ ਹੋਈ ਹੈ। ਤੇ ਪਰਿਓ ਨਿਸ਼ਾਨੇ ਘਾਓ। ਹੁਣ ਪਹਿਲਾ ਸ਼ਲੋਕ ਵਕਾਰਾਂ ਦੇ ਟਾਕਰੇ ਤੇ ਯੁੱਧ ਦੇ ਸੰਬੰਧ ਵਿੱਚ ਹੈ। ਸਾਡੇ ਦੋ ਤਰ੍ਹਾਂ ਦੇ ਵਿਰੋਧੀ ਨੇ, ਦੋ ਤਰ੍ਹਾਂ ਦੇ ਕਹੀਏ ਦੁਸ਼ਮਣ ਨੇ, ਇੱਕ ਅੰਦਰੂਨੀ ਨੇ ਔਰ ਦੂਸਰੇ ਬਹਿਰੂਨੀ ਨੇ। ਬਹਿਰੂਨੀ ਸਥੂਲ ਨੇ ਔਰ ਅੰਦਰੂਨੀ ਜਿਹੜੇ ਨੇ ਉਹ ਸੂਖਸ਼ਮ ਨੇ, ਦਿਸਦੇ ਨਹੀਂ, ਪਰ ਬਹਿਰੂਨੀ ਦੁਸ਼ਮਣਾਂ ਨਾਲੋਂ ਉਹ ਜ਼ਿਆਦਾ ਖਤਰਨਾਕ ਨੇ। ਇਸ ਵਾਸਤੇ ਗਗਨ ਦਮਾਮਾ ਬਾਜਿਓ। ਹੁਣ ਗਗਨ ਵਿੱਚ ਦਮਾਮਾ ਵੱਜ ਗਿਆ ਹੈ, ਦਸਮ ਦਵਾਰ ਦੇ ਵਿੱਚ ਹੁਣ ਨਗਾਰਾ ਵੱਜ ਗਿਆ ਹੈ, ਨਿਸ਼ਾਨੇ ਦੇ ਉੱਤੇ ਜ਼ਖਮ ਹੋ ਗਿਆ ਹੈ। ਤੇ ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਹੁਣ ਸਮਾਂ ਹੈ, ਦਾ ਹੈ ਜੂਝਣ ਦਾ, ਵਕਾਰਾਂ ਦੇ ਨਾਲ ਟੱਕਰ ਲੈਣ ਦਾ। ਹੁਣ ਜੂਝ ਜਾ, ਰਣ ਤੱਤੇ ਵਿੱਚ ਪੈਰ ਪਿੱਛੇ ਕਿਉਂ ਖਿੱਚਣਾ? ਯਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਸਾਡੇ ਸਮਾਜ ਵਿੱਚ ਕਬਜ਼ਾ ਸ਼ਬਦ ਤੁਸੀਂ ਬੜੀ ਵਾਰ ਸੁਣਿਆ ਹੋਵੇਗਾ। ਫਲਾਣੇ ਨੇ ਫਲਾਣੇ ਦੀ ਜ਼ਮੀਨ ਦਾ ਕਬਜ਼ਾ ਕਰ ਲਿਆ, ਕਬਜ਼ਾ ਲੈ ਲਿਆ, ਫਲਾਣੇ ਨੇ ਕਬਜ਼ਾ ਦਵਾਇਆ, ਕਬਜ਼ਾ ਸ਼ਬਦ। ਔਰ ਕਦੀ ਕਦੀ ਮਨੁੱਖ ਨੇ ਕੋਈ ਥੋੜਾ ਬਹੁਤਾ ਸਮਾਜ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਤੇ ਫਿਰ ਉਹਦੇ ਨਾਲ ਥੋੜਾ ਜਿਹਾ ਹੋਰ ਗੱਲਾਂ ਜੋੜ ਕੇ ਵੀ ਆਪਣੀ ਭਲ ਬਣਾਉਂਦਾ, ਵੱਡੋਂ ਬਣਾਉਂਦਾ। ਮੈਂ ਫਲਾਣੀ ਥਾਂ ਤੇ ਕਬਜ਼ੇ ਦਵਾਏ, ਫਲਾਣੀ ਥਾਂ ਤੇ ਕਬਜ਼ੇ ਲਏ, ਇਤਿਆਦ ਤੁਸੀਂ ਸੁਣਦੇ ਹੀ ਹੋ। ਸੱਚੇ ਪਾਤਸ਼ਾਹ ਕਹਿੰਦੇ ਨੇ ਦੁਕਾਨਾਂ ਮਕਾਨਾਂ ਤੇ ਜ਼ਮੀਨਾਂ ਦੇ ਕਬਜ਼ੇ ਲੈਣ ਵਾਲਿਆ, ਦਿਵਾਉਣ ਵਾਲਿਆ, ਤੇਰੇ ਤੇ ਸਰੀਰ ਦੇ ਉੱਤੇ ਵਕਾਰ ਕਬਜ਼ਾ ਕਰਕੇ ਬੈਠੇ ਨੇ, ਇਹ ਕਬਜ਼ਾ ਵੀ ਛਡਾ ਨਾ। ਯਈਆ ਅੱਖਰ ਤੋਂ ਉਪਦੇਸ਼, ਜੋ ਜਾਣੈ, ਜੇ ਤੈਨੂੰ ਸਮਝ ਆ ਗਈ ਏ, ਤੋ ਦੁਰਮਤ ਹਨ, ਮੈਂ ਬੜੇ ਕਤਲ ਕੀਤੇ ਨੇ। ਉਹ ਪਿਆਰਿਆ ਤੂੰ ਬੜੇ ਕਤਲ ਕੀਤੇ ਹੋਣਗੇ, ਆ ਤੇਰੇ ਅੰਦਰ ਇੱਕ ਭੈੜੀ ਮੱਤ ਬੈਠੀ ਏ, ਇਹਦਾ ਵੀ ਕਤਲ ਕਰ ਦੇ, ਤੇਰਾ ਭਲਾ ਹੋ ਜਾਏਗਾ। ਦੂਜੀ ਗੱਲ, ਤੂੰ ਬੜੀਆਂ ਜ਼ਮੀਨਾਂ ਵਸ ਵਿੱਚ ਕੀਤੀਆਂ, ਕਬਜ਼ੇ 'ਚ ਲਈਆਂ, ਦੁਕਾਨਾਂ ਵਸ ਵਿੱਚ ਕੀਤੀਆਂ, ਕਬਜ਼ੇ 'ਚ ਲਈਆਂ, ਤੂੰ ਆਪਣਾ ਸਰੀਰ ਵੀ ਕਬਜ਼ੇ 'ਚ ਕਰ ਲੈ, ਇਹਦਾ ਕਬਜ਼ਾ ਲੈ, ਇਹਦੇ ਤੇ ਕਬਜ਼ਾ ਹੋਰ ਹੀ ਕੋਈ ਕਰੀ ਫਿਰਦਾ। ਯਈਆ ਜੋ ਜਾਣੈ ਤੋ ਦੁਰਮਤ ਹਨ, ਹਨ ਮੈਨੇ ਮਾਰ, ਭੈੜੀ ਮੱਤ ਦਾ ਕਤਲ ਕਰ ਦੇ। ਕਰ ਬਸ ਕਾਇਆ ਗਾਉ, ਆ ਕਾਇਆ ਰੂਪੀ ਜਿਹੜਾ ਪਿੰਡ ਹੈ, ਸਰੀਰ ਰੂਪੀ ਜੋ ਨਗਰ ਹੈ, ਇਹਨੂੰ ਆਪਣੇ ਵਸ ਵਿੱਚ ਕਰ, ਇਹ ਤੇਰਾ ਹੈ।
पर ਇਹਦੀ ਵਰਤੋਂ काम करदा है, वरतों क्रोध करदा है, लोभ मोह अहंकार करदा है, ईर्खा करदी है, तृष्णा करदी है। शरीर तेरा है, वरतों होर लोग करदे ने, फिर तेरा काहदा होया? ਇਹਦੇ ਤੇ ਵਕਾਰਾਂ ਨੇ ਆਪਣਾ ਮੁਕੰਮਲ ਕਬਜ਼ਾ ਕਰ ਲਿਆ, ਆਪਣੀ ਮਰਜ਼ੀ ਨਾਲ ਇਹਨੂੰ ਤੋਰਦੇ ਨੇ। ਜੇ ਤੈਨੂੰ ਗੱਲ ਸਮਝ ਆ ਗਈ ਹੈ ਤੇ ਸਭ ਤੋਂ ਪਹਿਲਾ ਕਤਲ ਕਰ ਆਪਣੀ ਮਨਮਤ ਦਾ, ਸਭ ਤੋਂ ਪਹਿਲਾ ਕਤਲ ਕਰ ਆਪਣੀ ਦੁਰਮਤ ਦਾ। ਔਰ ਦੂਸਰਾ ਕੰਮ ਇਹ ਕਰ ਵੀ ਆਪਣੇ ਸਰੀਰ ਰੂਪੀ ਨਗਰ ਦੇ ਉੱਤੇ ਕਬਜ਼ਾ ਵਾਪਸ ਲੈ ਵਕਾਰਾਂ ਤੋਂ, ਇਹਨਾਂ ਨੂੰ ਖਦੇੜ ਕੇ ਬਾਹਰ ਕੱਢ ਦੇ। ਰਣ ਰੂਤੋ, ਰਣ ਤੱਤਾ, ਲੋਹੇ ਤੇ ਲੋਹਾ ਵੱਜ ਰਿਹਾ, ਫਾਇਰ ਹੋ ਰਹੇ ਨੇ। ਹੁਣ ਰਾਤੀ ਤੁਸੀਂ ਵੇਖਿਆ ਸੀ ਨਾ, ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦੀਆਂ ਕੁਝ ਵੀਡੀਓਜ਼ ਦੇਖੀਆਂ ਨੇ, ਉਹਨਾਂ ਨੂੰ ਪਤਾ ਹੋਵੇਗਾ, ਗੂਗਲ ਤੇ ਤੁਸੀਂ ਜਾਓ ਮਿਲ ਜਾਂਦੀਆਂ ਨੇ। ਸੈਕੰਡ ਵਰਲਡ ਵਾਰ ਵਿੱਚ ਵੀ ਇੰਨਾ ਖੜਾਕ ਨਹੀਂ ਸੀ ਹੁੰਦਾ ਜਿੰਨਾ ਰਾਤੀ ਲੁਧਿਆਣੇ 'ਚ ਖੜਾਕ ਹੋ ਰਿਹਾ ਸੀ। ਉਂਝ ਅਸੀਂ ਪੜ੍ਹੇ ਲਿਖੇ ਹਾਂ। 20 ਕੁ ਰੁਪਈਏ ਲੈਂਦਾ ਪ੍ਰੈਸ ਕਰਨ ਵਾਲਾ, ਕੱਪੜੇ ਪ੍ਰੈਸ ਕਰ ਦਿੰਦਾ, ਟਾਈ ਵੀ ਬਾਜ਼ਾਰ 'ਚੋਂ ਮਿਲ ਜਾਂਦੀ ਹੈ, ਦਾੜੀ ਬੰਨਣ ਵਾਲੀ ਫਿਕਸੋ ਵੀ ਮਿਲ ਜਾਂਦੀ ਹੈ। ਐਂਡ ਟੈਨਸ਼ਨ, ਪੜ੍ਹੇ ਲਿਖੇ ਲੋਕ ਹਾਂ, ਵੈਲ ਐਜੂਕੇਟਡ। ਮੈਸੇਜ ਵੀ ਅਸੀਂ ਇੰਗਲਿਸ਼ 'ਚ ਕਰਨੇ ਆ। ਪਰ ਉਂਝ ਸਾਧ ਸੰਗਤ, ਜਿਸ ਕਦਰ ਇਸ ਧਰਤੀ ਦੇ ਉੱਤੇ ਅਸੀਂ ਖਰਜਲ ਮਚਾਈ ਹੋਈ ਹੈ, ਇਸ ਧਰਤੀ ਦੀ ਉਮਰ ਮੈਨੂੰ ਬਹੁਤ ਜ਼ਿਆਦਾ ਲੰਬੀ ਨਹੀਂ ਲੱਗਦੀ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਹੋਰ ਸੌਰ ਮੰਡਲ ਤੋਂ ਅਸੀਂ ਇਸ ਧਰਤੀ ਦੇ ਨਾਲ ਦੁਸ਼ਮਣੀ ਕਰਨ ਵਾਸਤੇ ਆਏ ਹੋਈਏ, ਵੀ ਤੈਨੂੰ ਤਬਾਹ ਕੀਤੇ ਬਗੈਰ ਅਸੀਂ ਸਾਹ ਨਹੀਂ ਲੈਣਾ। ਰਾਤ ਦੀ ਤੇ ਰਾਤ ਗੱਲ ਛੱਡੋ, ਹੁਣ ਵੀ ਹਵਾ ਵਿੱਚ ਸਾਹ ਲੈਣਾ ਦੁੱਬਰ ਹੋਇਆ ਪਿਆ। ਕੀ ਰਸ ਆਉਂਦਾ ਇਹਦੇ ਵਿੱਚੋਂ? ਖੜਾਕ ਵਿੱਚੋਂ, ਬੰਬਾਰੀ ਵਿੱਚੋਂ, ਆਤਿਸ਼ਬਾਜ਼ੀ ਵਿੱਚੋਂ ਕੀ ਰਸ ਆਉਂਦਾ ਹੈ? ਮੈਂ ਤੇ 10 ਨਵੰਬਰ ਨੂੰ, ਅੱਜ 5 ਹੋ ਗਈ ਹੈ, ਇਸ 10 ਨਵੰਬਰ ਨੂੰ ਜਿਸ ਤਰ੍ਹਾਂ ਮਾਂ ਪਿਓ ਨੇ ਡੇਟ ਆਫ ਬਰਥ ਲਿਖਾਈ ਹੈ, ਮੈਂ 59 ਦਾ ਹੋ ਜਾਣਾ। ਮੈਂ ਅੱਜ ਤੱਕ ਇੱਕ ਸਿੰਗਲ ਪੈਨੀ ਦਾ ਵੀ ਪਟਾਕਾ ਬੰਬ ਬਾਜ਼ਾਰ ਵਿੱਚੋਂ ਖਰੀਦ ਕੇ ਨਹੀਂ ਚਲਾਇਆ। ਮੈਂ ਵੀ ਜਿੰਦਾ ਵਾਂ, ਮੈਂ ਤੇ ਨਹੀਂ ਕਦੀ ਚਲਾਇਆ। ਇਹ ਨਹੀਂ ਵੀ ਸਿਆਣੇ ਹੋ ਕੇ ਨਹੀਂ ਚਲਾਇਆ, ਬਚਪਨ ਵਿੱਚ ਵੀ ਨਹੀਂ ਚਲਾਇਆ। ਕਾਹਦੀ ਐਜੂਕੇਸ਼ਨ ਹੈ ਜੇ ਉਹਨੂੰ ਇੰਪਲੀਮੈਂਟ ਹੀ ਨਹੀਂ ਕਰਨਾ? ਤੇ ਜੇ ਸਮਝ ਹੀ ਨਹੀਂ ਵੀ ਅਸੀਂ ਕੀ ਕਰ ਰਹੇ ਹਾਂ। ਇਸ ਕਦਰ ਮੁਕਾਬਲਾ ਹੁੰਦਾ ਹੈ, ਕੰਨਾਂ ਦੇ ਪਰਦੇ ਪਾਟਣ ਤੱਕ ਨੌਬਤ ਆ ਜਾਂਦੀ ਹੈ। ਲੋਕ ਬੋਲੇ ਹੋ ਗਏ ਨੇ ਹਾਰਨ, ਪ੍ਰੈਸ਼ਰ ਹਾਰਨ ਸੁਣ ਸੁਣ ਕੇ, ਪਟਾਖਿਆਂ ਦੀ ਔਰ ਬੰਬਾਂ ਦੀ ਆਵਾਜ਼ ਸੁਣ ਸੁਣ ਕੇ। ਔਰ ਕਿਤੇ ਤੁਸੀਂ ਫੇਸਬੁੱਕ ਤੇ ਇਹਨਾਂ ਦੇ ਵਿਚਾਰ ਸੁਣੋ, ਵਟਸਐਪ ਤੇ ਵਿਚਾਰ ਸੁਣੋ, ਜਿਵੇਂ ਕਿਤੇ ਦੇਵਤੇ ਧਰਤੀ ਤੇ ਉਤਰ ਆਏ ਹੋਣ। ਪਰ ਕਰਤੂਤਾਂ ਵੇਖੋ, ਪਸ਼ੂਆਂ ਤੋਂ ਵੀ ਗਈਆਂ ਗੁਜ਼ਰੀਆਂ। ਐਸਾ ਰਾਤੀ ਮਾਹੌਲ ਸੀ, ਇਸ ਤਰ੍ਹਾਂ ਦਾ ਵਾਤਾਵਰਨ ਸੀ, ਦਿਲ ਕਰਦਾ ਸੀ ਕੋਈ ਉੱਡਣ ਵਾਲੀ ਚੀਜ਼ ਹੋਵੇ ਤੇ ਉਹਦੇ ਉੱਤੇ ਚੜ੍ਹ ਕੇ ਕਿਤੇ ਦੂਰ ਇਸ ਨਗਰ ਤੋਂ ਨਿਕਲ ਜਾਈਏ, ਔਰ ਜਦੋਂ ਅਮਨ ਅਮਾਨ ਹੋਵੇ ਫਿਰ ਵਾਪਸ ਆਵੀਏ। ਤੋ ਪਿਆਰਿਓ, ਇਹ ਕੌਣ ਕਰਦਾ ਹੈ? ਕਿੱਥੋਂ ਆਉਂਦੇ ਨੇ ਲੋਕ? ਅਸੀਂ ਲੁਧਿਆਣੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਇਹ ਵਾਤਾਵਰਨ ਕ੍ਰੀਏਟ ਕੀਤਾ ਨਾ। ਇੰਡੀਵਿਜੂਅਲ ਤੁਸੀਂ ਨਾ ਕੀਤਾ ਹੋਵੇਗਾ, ਸਾਡੇ ਪਰਿਵਾਰਾਂ 'ਚੋਂ ਲੋਕਾਂ ਨੇ ਕੀਤਾ ਹੋਵੇਗਾ, ਸਾਡੇ ਆਂਢ ਗੁਆਂਢ 'ਚੋਂ ਕੀਤਾ ਹੋਵੇਗਾ, ਸਾਡੇ ਫਰੈਂਡ ਸਰਕਲ 'ਚੋਂ, ਸਾਡੇ ਰਿਸ਼ਤੇਦਾਰੀ 'ਚੋਂ ਲੋਕਾਂ ਨੇ ਕੀਤਾ ਹੋਵੇਗਾ। ਕਿਹਨੇ ਕੀਤਾ? ਕਦੋਂ ਸਾਨੂੰ ਸਮਝ ਆਵੇਗੀ? ਕੀ ਗ੍ਰੀਨ ਦੀਵਾਲੀ ਇਹਨੂੰ ਕਹਿੰਦੇ ਨੇ? ਲੁਧਿਆਣਾ ਗ੍ਰੀਨ ਦੀਵਾਲੀ ਮਨਾਏਗਾ ਜੀ। ਜੇ ਇਹ ਗ੍ਰੀਨ ਹੈ ਤੇ ਪਿਆਰਿਓ ਫਿਰ ਰੈੱਡ ਕੀ ਹੁੰਦੀ ਹੈ, ਫਿਰ ਯੈਲੋ ਕੀ ਹੁੰਦੀ ਹੈ? ਇਹ ਤੇ ਗ੍ਰੀਨ ਦੀਵਾਲੀ ਨਹੀਂ ਗੀ, ਇਹ ਤੇ ਬਿਲਕੁਲ ਮਤਲਬ ਇੱਕ ਕਿਸਮ ਦਾ ਸੈਕੰਡ ਵਰਲਡ ਵਾਰ ਦੀ ਬੰਬਾਰੀ ਵੀ ਇਹਦੇ ਸਾਹਮਣੇ ਸ਼ਰਮਿੰਦੀ ਹੁੰਦੀ ਸੀ। ਸੋ ਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ। ਪਤਾ ਨਹੀਂ ਅਸੀਂ ਕੀ ਵਡਿਆਈ ਸਮਝਨੇ ਆ। ਮੈਂ 10,000 ਦੇ ਚਲਾ ਦਿੱਤੇ ਨੇ, ਦੂਜਾ ਕਹਿੰਦਾ ਮੈਂ ਤੇ 20,000 ਦੇ ਪਟਾਖੇ ਚਲਾ ਦਿੱਤੇ ਨੇ, ਤੀਜਾ ਕਹਿੰਦਾ ਮੈਂ ਤੇ ਲੱਖ ਦੇ ਚਲਾ ਦਿੱਤੇ ਨੇ। ਹੱਦ ਹੋ ਗਈ ਏ। ਇਹ ਕਾਹਦਾ ਮੁਕਾਬਲਾ ਹੈ? ਮੁਕਾਬਲਾ ਤੇ ਇਹ ਸੀ ਵੀ ਮੈਂ ਐਤਕੀ ਦੀਵਾਲੀ ਤੇ ਇਤਨੇ ਦਰਖਤ ਲਗਾ ਦਿੱਤੇ ਨੇ। ਫਿਰ ਤੁਸੀਂ ਵੇਖੋ ਟੈਂਪਰੇਚਰ, ਤੁਸੀਂ ਦੇਖਿਆ ਰਾਤ ਨੂੰ, ਰਾਤ ਦਾ ਜਿਹੜਾ ਟੈਂਪਰੇਚਰ ਸੀ ਪਿਆਰਿਓ, ਜਿਵੇਂ 2 ਮਹੀਨੇ ਅਸੀਂ ਪਿੱਛੇ ਚਲੇ ਗਏ ਹੋਈਏ। ਇਤਨੀਆਂ ਲੜੀਆਂ, ਇਤਨੇ ਬਲਬ,
इतना सारा कुछ जिहड़ा है की मायने रखदा है, की अर्थ है, की हो गया सानू, जां ते मैनू गल समझ नहीं आउंदी जां फिर सानू सारिਆਂ ਨੂੰ गल समझ नहीं गई आउंदी। ਇਹਦੇ ਚੋਂ ਕੀ ਕੱਢਣਾ ਹੈ, ਕੀ ਪਾਣਾ, ਕੀ ਇਹਦੇ ਨਾਲ ਪ੍ਰਾਪਤੀ ਹੁੰਦੀ ਹੈ। ਕਿਹਨੇ ਸਾਨੂੰ ਗੋਲਡ ਮੈਡਲ ਦੇ ਦਿੱਤਾ ਵੀ ਰਾਤੀ ਤੁਸੀਂ ਬੜਾ ਧੂਆਂ ਕੀਤਾ ਹੈ, ਪੋਲੂਸ਼ਨ ਬੜਾ ਕੀਤਾ ਹੈ, ਵਾਇਸ ਪੋਲੂਸ਼ਨ ਬੜੀ ਕੀਤੀ ਹੈ, ਆਓ ਤੁਹਾਨੂੰ ਗੋਲਡ ਮੈਡਲ ਦਈਏ, ਤੁਸੀਂ ਬੜੀ ਬਹਾਦਰੀ ਕੀਤੀ ਹੈ। ਔਰ ਕਿੱਥੋਂ ਇਹ ਪਰੰਪਰਾਵਾਂ ਸ਼ੁਰੂ ਹੋ ਗਈਆਂ। ਇਤਨੀ ਕੁ ਗੱਲ ਮਿਲਦੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਰਿਹਾ ਹੋ ਕੇ ਆਏ ਤੇ ਅੰਮ੍ਰਿਤਸਰ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਜਗਾਏ, ਦੇਸੀ ਘਿਓ ਦੇ ਦੀਵੇ ਜਗਾਏ, ਜਿਹੜਾ ਆਕਸੀਜਨ ਕ੍ਰੀਏਟ ਕਰਦਾ ਹੈ। ਦੇਸੀ ਘਿਓ, ਮੋਮਬੱਤੀ ਆਕਸੀਜਨ ਕ੍ਰੀਏਟ ਨਹੀਂ ਕਰਦੀ, ਬੰਬ ਆਕਸੀਜਨ ਦਾ ਸਤਿਆਨਾਸ਼ ਕਰਦੇ ਨੇ। ਦੇਸੀ ਘਿਓ ਦਾ ਦੀਵਾ ਜਿਹੜਾ ਹੈ ਉਹ ਕੋਈ ਡਾਕਟਰ ਬੈਠਾ ਹੋਵੇ ਨਾ ਬੈਠਾ ਹੋਵੇ ਤੇ ਤਸਦੀਕ ਕਰ ਲਿਆ ਜੇ, ਉਹ ਆਕਸੀਜਨ ਕ੍ਰੀਏਟ ਕਰਦਾ ਹੈ। ਔਰ ਅੰਮ੍ਰਿਤਸਰ ਦੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾਏ, ਨਾ ਕਿ ਪੋਲੂਸ਼ਨ ਕੀਤਾ, ਨਾ ਕਿ ਖੜਾਕ ਕੀਤਾ। ਤੋ ਮੈਂ ਅਰਜ਼ ਕਰ ਰਿਹਾ ਸਾਂ, ਜੇ ਤੈਨੂੰ ਸਮਝ ਆ ਹੀ ਗਈ ਹੈ ਤੇ ਫਿਰ ਤੂੰ ਬੜੇ ਕਬਜ਼ੇ ਲਏ ਨੇ। ਆ ਜਿਹੜਾ ਤੇਰਾ ਤਨ ਹੈ ਜਿਹਦੇ ਤੇ ਵਕਾਰ ਕਬਜ਼ਾ ਕਰਕੇ ਬੈਠੇ ਨੇ, ਇਸ ਤਨ ਤੋਂ ਵਕਾਰਾਂ ਦਾ ਕਬਜ਼ਾ ਹਟਾ। ਉਂਝ ਤੇ ਤੂੰ ਬੜੀਆਂ ਦੁਕਾਨਾਂ ਦੇ ਕਬਜ਼ੇ, ਬੜਿਆਂ ਮਕਾਨਾਂ ਦੇ ਕਬਜ਼ੇ ਲਏ ਨੇ, ਆਪਣੇ ਤਨ ਦਾ ਵੀ ਕਬਜ਼ਾ ਬਹਾਲ ਕਰਨਾ, ਵਾਪਸ ਲੈ। ਇਹਦੇ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਬਜ਼ਾ ਕਰਕੇ ਬੈਠੇ ਨੇ। ਯਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤੋ ਭਾਜੈ ਨਹੀਂ। ਰਣ ਤੱਤੇ ਚ ਹੁਣ ਭੱਜਣਾ ਕਿਉਂ ਹੈ? ਸੂਰੋ ਥਾਰੋ ਨਾਉ। ਥਾਰਾ ਸ਼ਬਦ, ਥਾਰੋ ਸ਼ਬਦ ਤੁਹਾਡੇ ਵਾਸਤੇ ਵਰਤਿਆ ਜਾਂਦਾ, ਜਿਹਨੂੰ ਪੰਜਾਬੀ ਚ ਅਸੀਂ ਤੁਹਾਡਾ ਕਹਿੰਦੇ ਆ ਨਾ, ਜਾਂ ਤੇਰਾ ਕਹਿੰਦੇ ਆ, ਉਹਨੂੰ ਉਹ ਥਾਰਾ ਕਹਿ ਦਿੰਦੇ ਨੇ ਹਰਿਆਣੇ ਚ, ਜਾਂ ਥਾਰੋ ਕਹਿ ਦਿੰਦੇ ਨੇ। ਬਾਂਗਰ ਦੀ ਬੋਲੀ ਹੈ ਥੋੜੀ ਜਿਹੀ ਵਿੱਚ, ਇਹਨੂੰ ਬਾਂਗਰ ਦੀ ਬੋਲੀ ਵੀ ਕਹਿ ਲੈਂਦੇ ਨੇ। ਤੇਰਾ ਨਾਂ ਸੂਰਮਾ ਤੇ ਤਾਂ ਧਰੀਏ ਨਾ ਵੀ ਜੇ ਤੂੰ ਹੁਣ ਵਕਾਰਾਂ ਦੇ ਟਾਕਰੇ ਤੇ ਡਰੇ ਨਾ, ਭੱਜੇ ਨਾ, ਹੁਣ ਡਟ ਜਾ। ਇੱਕ ਹੋਰ ਥਾਂ ਤੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਧਾਵੋਂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪੰਚ ਸਤਾਵੇਂ ਦੂਤ ਕਵਨ ਬਿਦ ਮਾਰਨੇ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ, ਹਰਿਹਾ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਏ। ਹੇ ਵਾਹਿਗੁਰੂ, ਤੇਰੇ ਪਿਆਰ ਵਿੱਚ ਮੈਂ ਕਈਆਂ ਦਿਸ਼ਾਵਾਂ ਵਿੱਚ ਦੌੜਨਾ ਵਾਂ। ਧਾਵੋਂ ਦਸ਼ਾ ਅਨੇਕ, ਅਨੇਕ ਦਿਸ਼ਾਵਾਂ ਵਿੱਚ ਮੈਂ ਤੈਨੂੰ ਲੱਭਦਾ ਫਿਰਨਾ ਵਾਂ। ਪ੍ਰੇਮ ਪ੍ਰਭ ਕਾਰਨੇ, ਪ੍ਰਭੂ ਜੀ ਤੁਹਾਡੇ ਪ੍ਰੇਮ ਵਿੱਚ। ਹੁਣ ਇੱਕ ਗੱਲ ਦੱਸੋ, ਤੁਹਾਡੇ ਤੇ ਮੇਰੇ ਪ੍ਰੇਮ ਵਿੱਚ ਇੱਕ ਅੜਿੱਕਾ ਹੈ ਵਕਾਰਾਂ ਦਾ। ਮਹਾਰਾਜ ਕਹਿਣ ਲੱਗੇ ਕੀ ਸਮੱਸਿਆ ਹੈ? ਆਖਣ ਲੱਗੇ ਪੰਜ ਸਤਾਵੇਂ ਦੂਤ, ਇਹ ਪੰਜ ਵਕਾਰ ਮੈਨੂੰ ਸਤਾਉਂਦੇ ਨੇ। ਮਾਰੇ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ, ਉਹ ਅਵਸਥਾ ਹੈ। ਸੋ ਪੰਜ ਸਤਾਵੇਂ ਦੂਤ ਕਵਨ ਬਿਦ ਮਾਰਨੇ, ਅੱਗੋਂ ਉੱਤਰ ਆਇਆ ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਨਾਮ ਦਾ ਤਿੱਖਾ ਤੀਰ ਇਹਨਾਂ ਦੀ ਹਿੱਕ ਚ ਮਾਰ। ਹਰਹਾਂ, ਇਹ ਹਰਹਾਂ ਸ਼ਬਦ ਜਿਹੜਾ ਹੈ ਇਹ ਕੇਵਲ ਤੋਲ ਪੂਰਾ ਕਰਨ ਵਾਸਤੇ, ਇਹਦੇ ਕੋਈ ਅਰਥ ਨਹੀਂ ਗੇ। ਫਰੀਦਕੋਟੀ ਟੀਕੇ ਦੇ ਵਿੱਚ ਇਹਦੀ ਉਥਾਨਕਾ ਵਿੱਚ ਕੋਈ ਗੱਲ ਬਣਾ ਕੇ ਲਿਖੀ ਗਈ ਹੈ, ਪਰ ਉਹ ਅਪੀਲ ਨਹੀਂ ਕਰਦੀ। ਹਰਿਹਾਂ ਕੇਵਲ ਤੋਲ ਪੂਰਾ ਕਰਨ ਵਾਸਤੇ ਹੈ। ਹਰਿਹਾਂ ਕਿਉਂਕਿ ਇਹਨੂੰ ਗਾਉਣਾ ਵੀ ਹੈ ਨਾ, ਕੀਰਤਨ ਵੀ ਕਰਨਾ ਹੈ। ਮਹਾਰਾਜ ਨੇ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਚ ਰੱਖਿਆ। ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਏ, ਪੂਰੇ ਗੁਰੂ ਕੋਲ ਜਾਏਗਾ ਤੇ ਵਕਾਰਾਂ ਨੂੰ ਕਾਬੂ ਕਰਨ ਦੀ ਜਾਚ ਦੱਸੇਗਾ। ਮੂਲ ਪੰਕਤੀਆਂ ਤੁਹਾਨੂੰ ਚੇਤਾ ਕਰਾ ਦਿਆਂ। ਡੱਗ ਮੱਗ ਛਾੜ ਰੇ ਮਨ ਬੌਰਾ। ਹੁਣ ਸਾਹਮਣੇ ਦੁਸ਼ਮਣ ਖੜਾ ਹੋਵੇ ਡਾਂਗ ਲੈ ਕੇ, ਤੇ ਬੰਦਾ ਇੱਕ ਪੈਰ ਅੱਗੇ ਕਰ ਲੈ ਇੱਕ ਪਿੱਛੇ ਕਰ ਲੈ, ਤੇ ਵੇਖਣ ਵਾਲੇ ਕੋਠਿਆਂ ਦੇ ਚੜੇ ਹੋਣ ਤੇ ਉਹ ਠਹਾਕਾ ਮਾਰ ਕੇ ਹੱਸ ਪੈਣਗੇ ਵੀ ਗੀਦੀ ਹੈ, ਕਾਰ ਡਰਦਾ ਅੰਦਰ ਵੜ ਗਿਆ। ਹੁਣ ਵਕਾਰ ਤੇ ਤੇਰਾ ਬੂਹਾ ਖੜਕਾ ਰਹੇ ਨੇ, ਤੇ ਹੁਣ ਤੂੰ ਡਗਮਗ ਕਿਉਂ ਕਰਨਾ? ਹੁਣ ਡਟ ਜਾ ਉਹਨਾਂ ਦੇ ਮੁਕਾਬਲੇ ਤੇ ਖੰਡਾ ਖਿੱਚ ਕੇ ਮੈਦਾਨ ਚ ਆ ਜਾ। ਹਾਰ ਜਿੱਤ ਜਾਣੇ ਵਾਹਿਗੁਰੂ, ਕਿਹਨੂੰ ਜਿਤਾਣਾ ਕਿਹਨੂੰ ਹਰਾਣਾ ਉਹਦੀ ਮੌਜ ਏ। ਤੂੰ ਜੂਝ ਤੇ ਸਹੀ ਨਾ, ਕਾਇਰ ਨਾ ਬਣ, ਗੀਦੀ ਨਾ ਬਣ।
डगमग छाड़ रे मन बौरा अब तो जरे मरे सिद्ध पाई है। जिस तरह वो सती इस्त्री जड़ के सड़ के ही सती का मरातबा प्राप्त करती है ना, इस तरह तेनों वकारां नाल जूझ के ही सूरमे की पदवी प्राप्त होनी है, उदू बिना नहीं होनी। एक होर थां ते भगत कबीर साहब ने सानू जाच दसी है भी किते जिंदगी विच इस तरह की परिस्थिति बन जाए, जे तुसी किसे नाल शेयर करन तो संगदे होवो, झकदे होवो, लज्जा हुंदी होवे ते कोई गल नहीं, ना करो। गुरु कोल जाके अरदास करनी, और गुरु कोल भावें बोल के भी ना करनी भी कोई सुन ना लवे, गुप्त भी करोगे तो बिन बोलिया सब किछ जानदा, किस आगे कीचे अरदास। तो की कर जदों तेरी अपनी पेश ना जाए वकारां ते, तेनू लगे भी हुण ये मेरे तो नहीं काबू आने, ते फिर एक गल सिख ध्यान नाल जी, सिखाओ। कहन लगे पुराने समय जदों एक पुरखी राज हुंदा सी ना प्यारिओ, एक पुरखी राज, हुण ते डेमोक्रेसी है ना, लोकतंत्र है, तुसी अपना अपना मतदान करदे हो। मतदान, मत अकल विचार, मेरी मत अनुसार, मेरी अकल अनुसार आ बंदा जिहड़ा MLA बनना चाहिए, मेरी मत अनुसार आ MP बनना चाहिए, आ कौंसलर बनना चाहिए, सरपंच बनना। तो असी की करने आ, मतदान कहिंदे ने, मतदान करने आ। हालांकि मतदान नहीं हुंदी, किवें नहीं हुंदी, कई बार लालच वस भी ये काम हो जाता है, कई बार परिवार दे किसे एक मुखी दे आख्या बाकी सारा परिवार उधर दी लंघ जाता है। हुण तुसीं वेखो ना बई डेमोक्रेसी होने दे बावजूद भी असी बाकी अपने आले दुआले वांगू तरक्की नहीं कर सके। उहदा कारण की सी, खिमा करना भी भावें डेमोक्रेसी है फिर भी कुछ गलत अंसर जिहड़े ने वो अगे आ जाते हैं। थोड़े जे दिन वो बड़ा वधिया विहार करते हैं, लोगों के विच विचरते हैं, सोहणियां गल्लां करते हैं, फिर बाकी दे पौने 5 साल वो लभदे ही कोनी गे। फिर वही करप्शन, तुसी कोई काम कराना तो उन्होंने कोल जाओ जी, नहीं जी वो फलाना तो बड़े काम करा देंदा। मैं कहना जी जेड़े काम वो कोल जाके उत्थे दरबार ला के ते उत्थे पेश होके करांदा है, वो उन्होंने इस करके बनाया सी भी वो जेड़े जैनुअन काम ने वो तो रूटीन में ही होने चाहिए ने। असल सत्ता तो तां है ना भी ठीक है भी जेड़ा गया उहदा हो गया, जेड़ा ना गया उहदा जैनुअन काम, वो काम रूटीन में होने चाहिए सन। उत्थे वो गेड़े मरवाई जाते हैं, तो गेड़े मरवाने का की प्रयोजन होंदा? डिले ब्रीड करप्शन। जदों किसी काम नूं कोई डिले कर, हुण कोई भी मुलाजम ये तो नहीं कहता रुपये दो, पर वो एक वातावरण क्रिएट करते हैं रुपये लैण का। बंदा वक्त जाया कर करके एनर्जी वेस्ट कर करके अक के कहता ये नालों तो 1000 2000 5000 10,000 रुपया दे के करा लो, हुण तक उदू ज़्यादा तो मैं नुकसान करा चुका वा। तो तुसी सारे जितने कुछ शरीर बैठे हो दसो करप्शन खत्म हो गया? हर वारी कहते ने खत्म कर देंगे। असल गल यह है भी करप्शन करते ही ये ने, करप्शन करते ही ये ने। जदों एक क्लर्क नूं भर्ती करन लग्या उहदे तो रिश्वत लैनी है, तो वो जदों लग जाएगा तो फिर वो कहेगा भी मैं पूरे भी इत्थों ही करने ने, फिर किदां गल बनेगी प्यारिओ? तो डेमोक्रेसी है पर ना है होने के बावजूद भी एक पुरखी राज तो भी ये काम खत्म हो गया। हालांकि वो एक पुरखी राज कदी कदी किसी चंगे बंदे दे हत्थ आ जांदा सी ते वो बहुत वधिया हुंदा सी। बड़े बड़े वधिया इस तरह के लोग जिन्हां ने शमशीर दे बल दे उत्ते राज किया, शेरे पंजाब महाराजा रणजीत सिंह वर्गे, टीपू सुल्तान वर्गे, हैदर अली वर्गे, जनक राजे वर्गे, सम्राट अशोक वर्गे बड़े इस तरह के होए ने। भावें शमशीर दे बल ते राज कायम किया पर उन्होंने लोगों नूं बहुत राहत दी। खैर जदों एक पुरखी राज सी ना, एक पुरखी राज ते रियासतां दे राजे किले बना लेंदे, किले अपनी हिफाजत ले, दुश्मन हल्ला करके कब्जा ना कर लै, साडी रियासत ना सारी कब्जे च लै लै, तां आम तौर ते किले बनाए हुंदे। उन्हां किलियां दे दीदार हुण भी असीं करने आ।
ਹੁਣ ਉਹਦੇ ਵਿੱਚ ਦਰਬਾਰ ਲੱਗਦੇ ਤੇ ਫਿਰ ਜੇ ਕਿਸੇ ਨਾਲ ਕੋਈ ਧੱਕਾ ਹੈ, ਕਿਸੇ ਦੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕਰ ਲਿਆ ਤੇ ਉਹ ਆਪਣੇ ਆਲੇ ਦੁਆਲੇ ਨੂੰ ਦੱਸਦਾ ਬਈ ਫਲਾਣੇ ਬੰਦੇ ਨੇ ਮੇਰੀ ਪ੍ਰੋਪਰਟੀ ਤੇ ਕਬਜ਼ਾ ਕਰ ਲਿਆ। ਉਹ ਫਿਰ ਉਹਨੂੰ ਸਮਝਾਉਂਦੇ ਵੀ ਭਾਈ ਦੇਖ ਇਹ ਜ਼ਮੀਨ ਇਹਦੀ ਹੈ ਤੇ ਇਹ ਕਬਜ਼ਾ ਤੈਨੂੰ ਨਹੀਂ ਕਰਨਾ ਚਾਹੀਦਾ। ਗੱਲ ਸਮਝਿਆ ਜੇ ਵਕਾਰਾਂ ਨੂੰ ਖਦੇੜਨਾ ਕਿੱਦਾਂ ਹੈ। ਮਹਾਰਾਜ ਜਾਚ ਦੱਸ ਰਹੇ ਨੇ ਗੁਰਬਾਣੀ ਵਿੱਚ। ਔਰ ਫਿਰ ਜੇ ਉਹਨੇ ਨਾ ਮੰਨਣਾ ਤਾਂ ਉਹਨਾਂ ਕਹਿਣਾ ਵੀ ਭਾਈ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਅਸੀਂ ਪੰਚਾਇਤ ਇਕੱਠੀ ਕਰਾਂਗੇ। ਤੇ ਪਿੰਡਾਂ ਵਿੱਚ ਇੱਕ ਹੁਣ ਤੇ ਪਾਰਟੀਆਂ ਬਣੀਆਂ, ਇੱਕ ਵਾਤਾਵਰਨ ਹੁੰਦਾ ਸੀ। ਸਿਆਣੇ ਬੰਦਿਆਂ ਕਹਿਣਾ ਭਾਈ ਪੰਚਾਇਤ ਨੂੰ ਘਰੋਂ ਨਿਰਾਸ਼ ਨਹੀਂ ਉਠਾਉਣਾ, ਪੰਚਾਇਤ ਰੱਬ ਦਾ ਰੂਪ ਹੁੰਦੀ ਹੈ। ਪੰਚ ਸ਼ਬਦ ਜਿਹੜਾ ਬੜਾ ਸਤਿਕਾਰ ਵਾਲਾ ਸ਼ਬਦ ਹੈ। ਜੇ ਤੁਸੀਂ ਉਹਦੇ ਅਰਥਾਂ 'ਚ ਜਾਓ ਨਾ ਤੇ ਫਿਰ ਤੁਸੀਂ ਪੜ੍ਹੋ ਪੰਚ ਪ੍ਰਵਾਨ, ਪੰਚ ਪ੍ਰਧਾਨ, ਇੱਕ ਸਰਪੰਚ ਤੇ ਬਾਕੀ ਪੰਚ। ਸਤਿਕਾਰਯੋਗ ਲੋਕਾਂ ਨੂੰ ਬਣਾਇਆ ਜਾਂਦਾ ਸੀ, ਅੱਛੇ ਲੋਕਾਂ ਨੂੰ ਬਣਾਇਆ ਜਾਂਦਾ ਸੀ। ਹੁਣ ਪਿਆਰਿਓ ਫਿਰ ਉਹ ਕਹਿੰਦੇ ਪੰਚਾਇਤ ਇਕੱਠੀ ਕਰਾਂਗੇ, ਫਿਰ ਪੰਚਾਇਤ ਵਿੱਚ ਸੱਦਿਆ ਜਾਂਦਾ। ਜੇ ਉਹ ਬੰਦਾ ਪੰਚਾਇਤ ਦੀ ਗੱਲ ਨੂੰ ਵੀ ਲੰਘ ਜਾਏ ਵੀ ਨਹੀਂ ਭਾਈ ਮੈਂ ਨਹੀਂ ਛੱਡਣੀ, ਮੈਂ ਨਹੀਂ ਦੇਣੀ, ਮੇਰੀ ਮਰਜ਼ੀ ਹੈ, ਤੁਸੀਂ ਜੋ ਕਰਨਾ ਕਰ ਲਓ, ਤਾਂ ਫਿਰ ਪੰਚਾਇਤ ਕੀ ਕਹਿੰਦੀ ਹੁੰਦੀ ਸੀ, ਧਿਆਨ ਦਿਆ ਜੇ। ਪੰਚਾਇਤ ਨੇ ਕਹਿਣਾ ਭਾਈ ਹੁਣ ਤੂੰ ਇੱਦਾਂ ਕਰ, ਹੁਣ ਤੂੰ ਰਾਜੇ ਕੋਲ ਜਾ ਕੇ ਫਰਿਆਦ ਕਰ। ਇਹ ਤੇ ਸਾਡੀ ਗੱਲ ਮੰਨਦਾ ਨਹੀਂ। ਹੁਣ ਜੇ ਤੇ ਦਰਬਾਰ ਲੱਗਾ ਹੋਇਆ ਹੈ ਤੇ ਕਿਸੇ ਸੰਤਰੀ ਵਗੈਰਾ ਨਾਲ ਮਿਲ ਕੇ ਉਹਨੇ ਅੰਦਰ ਲੰਘ ਜਾਣਾ। ਤੇ ਜੇ ਦਰਬਾਰ ਨਹੀਂ ਲੱਗਾ ਨਾ, ਦਰਬਾਰ ਦਾ ਸਮਾਂ ਸਮਾਪਤ ਹੋ ਗਿਆ ਤੇ ਇੱਕ ਪੁਰਖੀ ਰਾਜ ਵਿੱਚ ਇੱਕ ਗੱਲ ਪਲੱਸ ਸੀ ਕਿ ਬਈ ਅੰਦਰ ਕਿਲੇ ਦੇ ਇੱਕ ਘੜਿਆਲ ਬੱਧਾ ਹੁੰਦਾ, ਉਹਦੀ ਜੰਜੀਰ ਬਾਹਰ ਹੁੰਦੀ ਕਿਲੇ ਦੇ। ਔਰ ਲੋਕਾਂ ਨੂੰ ਪਤਾ ਹੁੰਦਾ ਵੀ ਜੇ ਕਵੇਲੇ ਫਰਿਆਦ ਕਰਨੀ ਹੈ ਤੇ ਇਸ ਜੰਜੀਰ ਨੂੰ ਖਿੱਚਣਾ, ਘੜਿਆਲ ਅੰਦਰ ਵੱਜਣਾ ਹੈ। ਰਾਜੇ ਨੇ ਇੱਕਦਮ ਖਬਰਦਾਰ ਹੋਣਾ, ਭਾਈ ਪਤਾ ਕਰੋ ਕੋਈ ਫਰਿਆਦੀ ਆਇਆ, ਜਿਹੜਾ ਕਵੇਲੇ ਆ ਕੇ ਫਰਿਆਦ ਕਰ ਰਿਹਾ ਜ਼ਰੂਰ ਇਹਦੀ ਕੋਈ ਵੱਡੀ ਮੁਸੀਬਤ ਹੈ, ਪੁੱਛੋ ਉਹਨੂੰ ਕੀ ਗੱਲ ਹੈ, ਮੇਰੇ ਕੋਲ ਲੈ ਕੇ ਆਓ। ਲੋਕਾਂ ਨੇ ਜਾ ਕੇ ਉਹ ਘੜਿਆਲ ਖਿੱਚਣਾ ਤੇ ਜੇ ਵੇਲੇ ਨਾਲ ਚਲੇ ਜਾਣਾ ਤੇ ਫਿਰ ਸਿਖਾਇਆ ਹੁੰਦਾ ਸੀ ਵੀ ਭਾਈ ਜਿਹੜੀ ਤੇਰੀ ਸਮੱਸਿਆ ਹੈ ਨਾ, ਉੱਥੇ ਬੜੇ ਕੇਸ ਹੁੰਦੇ ਨੇ, ਰਾਜੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਜਿਹੜੀ ਤੇਰੀ ਸਮੱਸਿਆ ਹੈ ਉਹਨੂੰ 1-2 ਵਾਕਿਆ ਦੇ ਵਿੱਚ ਬਣਾ ਲੈ ਔਰ ਅੰਦਰ ਵੜਦਿਆਂ ਸਾਰ ਦੋਵੇਂ ਹੱਥ ਇਉਂ ਖੜੇ ਕਰ ਲੈਣੇ ਨੇ ਤੇ ਉਸ ਵਾਕਿਆ ਨੂੰ ਮੇਰੀ ਜ਼ਮੀਨ ਤੇ ਫਲਾਂ ਵਿਅਕਤੀ ਨੇ ਕਬਜ਼ਾ ਕਰ ਲਿਆ ਜਾਂ ਮੇਰੇ ਫਲਾਣੇ ਪਰਿਵਾਰ ਦੇ ਮੈਂਬਰ ਦਾ ਫਲਾਂ ਵਿਅਕਤੀ ਨੇ ਕਤਲ ਕਰ ਦਿੱਤਾ, ਜੋ ਵੀ ਸਮੱਸਿਆ ਹੈ ਉਹਦਾ ਵਾਕਿਆ ਬਣਾ ਕੇ ਹੱਥ ਖੜੇ ਕਰ ਲੈਣੇ ਤੇ ਉਸੇ ਇੱਕੋ ਵਾਕਿਆ ਨੂੰ ਵਾਰ-ਵਾਰ ਕਹਿਣਾ। ਕੋਈ ਬੰਦਾ ਇੱਕੋ ਹੀ ਗੱਲ ਵਾਰ-ਵਾਰ ਕਰਕੇ ਰੌਲਾ ਪਏ ਤੇ ਅਸੀਂ ਕਹਿੰਦੇ ਹਾਂ ਕੀ ਦੁਹਾਈ ਮਚਾਈ ਹੈ ਤੂੰ, ਦੁਹਾਈ ਮਚਾਣੀ। ਤਾਂ ਫਿਰ ਉਹਨੇ ਗੌਰ ਕਰਨੀ, ਤਹਿਕੀਕਾਤ ਕਰਨੀ, ਪੜਤਾਲ ਕਰਨੀ ਔਰ ਜੇ ਬਈ ਵਾਕਈ ਕਿਸੇ ਨੇ ਧੱਕਾ ਕੀਤਾ ਹੋਣਾ ਤੇ ਉਹਨੂੰ ਕਹਿਣਾ ਵੀ ਖਬਰਦਾਰ, ਜੇ ਇਹਦੇ ਨਾਲ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਧੱਕਾ ਕੀਤਾ, ਇਹਦੀ ਵਸਤੂ ਇਹਨੂੰ ਵਾਪਸ ਦੇ ਦੇ ਔਰ ਮੇਰੇ ਕੋਲ ਅੱਗੇ ਤੋਂ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਖਬਰਦਾਰ। ਤਾਂ ਫਿਰ ਉਹ ਬੰਦੇ ਨੂੰ ਕੰਨ ਹੋ ਜਾਂਦੇ, ਵਸਤੂ ਵੀ ਵਾਪਸ ਕਰਦਾ ਤੇ ਗਾਹੇ ਬਗਾਹੇ ਵੀ ਕਹਿੰਦਾ ਵੀ ਭਰਾ ਜੀ ਜੋ ਗਲਤੀ ਹੋ ਗਈ ਹੈ ਮਾਫ ਕਰਨਾ, ਹੁਣ ਮੈਂ ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰਦਾ, ਤੁਸੀਂ ਮੇਰੀ ਰਾਜੇ ਕੋਲ ਸ਼ਿਕਾਇਤ ਨਹੀਂ ਕਰਨੀ। ਮਹਾਰਾਜ ਕਹਿੰਦੇ ਇਹ ਸਰੀਰ ਮਾਨੋ ਇੱਕ ਕਿਲਾ ਹੈ, ਇਹਦੇ ਵਿੱਚ ਪੰਜ ਸਿਕਦਾਰ ਨੇ ਜਿਨ੍ਹਾਂ ਨੂੰ ਰੱਖਿਆ ਤੇ ਸੀ ਹਿਫਾਜ਼ਤ ਲਈ, ਪਰ ਉਹਨਾਂ ਨੇ ਇਹਦੇ ਤੇ ਕਬਜ਼ਾ ਕਰ ਲਿਆ। ਏਕ ਕੋਟ ਪੰਜ ਸਿਕਦਾਰਾ, ਜੇ ਕੱਕੇ ਨੂੰ ਹੋੜਾ ਟੈਂਕਾ ਮੁਕਤਾ ਹੈ ਤੇ ਕਈ ਕਿਲੇ, ਜੇ ਕੱਕੇ ਨੂੰ ਹੋੜਾ ਟੈਂਕਾ ਔਂਕੜ ਹੈ ਤੇ ਇੱਕ ਕਿਲਾ, ਤੇ ਜੇ ਕੱਕੇ ਹੋੜਾ ਟੈਂਕੇ ਨੂੰ ਹੁਸ਼ਿਆਰੀ ਆ ਜਾਏ ਤੇ ਫਿਰ ਉਹ ਮੈਥੇਮੈਟਿਕਸ ਦਾ ਕਰੋੜ ਬਣ ਜਾਂਦਾ ਹੈ। ਇਹ ਗ੍ਰਾਮਰ ਦਾ ਨੁਕਤਾ ਹੈ। ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ, ਇਹ ਪੰਜ ਵਕਾਰ ਮੇਰੇ ਤੋਂ ਹਾਲਾ ਮੰਗਦੇ ਨੇ। ਹਾਲ ਦੇ ਉੱਤੇ ਜਿਹੜਾ ਟੈਕਸ ਹੁੰਦਾ ਸੀ ਉਹਨੂੰ ਹਾਲਾ ਕਹਿੰਦੇ। ਇਹ ਜਿਹੜਾ ਮਾਮਲੇ ਦਾ ਹਿਸਾਬ ਕਿਤਾਬ ਕਰਨ ਵਾਲੇ ਲੋਕ ਨੇ, ਜਿਵੇਂ ਪਰੇਸ਼ਾਨ ਕਰਦੇ ਸਨ ਕਿਸਾਨਾਂ ਨੂੰ, ਇਸ ਤਰ੍ਹਾਂ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਇਹ ਅਸਲ ਟੈਕਸ ਤੋਂ ਮੇਰੇ ਤੋਂ ਵਾਧੂ ਟੈਕਸ ਲੈਂਦੇ ਨੇ, ਮੈਨੂੰ ਪਰੇਸ਼ਾਨ ਕਰਦੇ ਨੇ। ਭਾਵ ਇਹ ਵਕਾਰ ਮੇਰੇ ਤੋਂ ਵਾਧੂ ਵਗਾਰ ਕਰਾਉਂਦੇ ਨੇ। ਵੇਖੋ ਹੁਣ ਬੰਦਾ ਗ੍ਰਿਸ਼ ਤੱਕ ਸੀਮਤ ਹੋਵੇ ਠੀਕ ਹੈ, ਤੇ ਜੇ ਕਾਮ ਉਦੋਂ ਇੱਧਰ ਉੱਧਰ ਥੜਕਾ ਕੇ ਲਿਜਾਏ ਤੇ ਮਾਨੋ ਉਹ ਤੁਹਾਡੇ ਕੋਲ ਹਾਲਾ ਭਰਵਾ ਰਿਹਾ। ਇਸੇ ਤਰ੍ਹਾਂ ਲੋਭ ਮੋਹ ਤੇ ਹੰਕਾਰ। ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜ਼ਮੀਨ ਆਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ।
ਭਾਈ ਮੈਂ ਕਿਹੜੀ ਕਿਸੇ ਦੂਜੇ ਦੀ ਜ਼ਮੀਨ ਵਾਹਨਾ ਵਾਂ ਬੀਜਣਾ ਵਾਂ ਜਿਹੜਾ ਮੇਰੇ ਕੋਲੋਂ ਧੱਕੇ ਨਾਲ ਹਾਲਾ ਮੰਗਦੇ ਨੇ। ਇਹ ਸਰੀਰ ਮੇਰਾ ਆਪਣਾ ਹੈ ਔਰ ਹਾਲਾ ਮੇਰੇ ਤੋਂ ਮੇਰੇ ਹੀ ਸਰੀਰ ਦਾ ਮੰਗਦੇ ਨੇ, ਤੇ ਨਜਾਇਜ਼ ਹੈ। ਹਰ ਕੇ ਲੋਗਾ ਮੋਹ ਕਉ ਨੀਤ ਡਸੈ ਪਟਵਾਰੀ, ਕਿਉਂਕਿ ਉਨੀ ਦਿਨੀ ਪਟਵਾਰੀ ਹੀ ਮਾਮਲਾ ਬਣਾ ਕੇ ਦੱਸਦੇ ਸਨ ਵੀ ਭਾਈ ਤੇਰਾ इतना बन गया, तेरी फसल बई मारी गई है, तेनू माफ़ है, तेरी बई ज़्यादा हुई है, तेरे ते इतना है, तेरे बई 2 हाल ने, तेरा इतना है, तेरे 3 हाल ने, तेरा इतना हाला है। हाला हाल दे उत्ते टैक्स। हर के लोगा मोको नीत डसै पटवारी, और फिर ऊपर पूजा कर मैं गुर पै पुकारिया। जिवें राजे दे दरबार विच दुहाई मचाणी है बाहां खड़ियां करके, इस तरह गुरु कोल आके उत्ते हथ करके दुआई मचानी है, हे वागुरू बचा लै, त्राही त्राही। ये वकार बड़ा परेशान करते ने, मेरी कोई पेश नहीं जाती, ये डाढे ने, मैं इन्हां दे मुकाबले ते कमज़ोर हाँ, या खुदा तू इन्हां तो मेरी रखिया कर। फिर वो करेगा। ते जे फरियाद ही ना करिए फिर वो किवें करेगा प्यारिओ। इसलिए ऊपर पूजा कर मैं गुर पै पुकारिया, 3 हाओ लिया उभारी, ओन मैनू इन्हां तो बचा लिया। 9 डांडी 10 मुनसफ धावें, रैयत बसन ना देही, डोरी पूरी मापे नाही, बहु बिस्टाला लेही। ध्यान दे जे 9 डांडी, एक ते पटवारी ते हो गया मेन, जदों निशानदेही पमैश करानी होवे ना, फिर वो कहते भी इन्ना सरकारी खर्चा है तो इतना कुछ होर है। फिर वो बेचारे मजबूरी दे विच घर उन्होंने कोई प्रशादे पानी का भी प्रबंध करते हैं। जिहड़ा ज़्यादा कर दिंदा, 2 धिरां दा झगड़ा हुंदा, नहीं जी वट इत्थे आउंदी, वो आंदा नहीं जी इत्थे आउंदी है। माल महकमे की ये सच्चाई है, ये कल्ली बदनामी नहीं बई ये ऑनेस्ट नहीं। अज तो कई सदियां पहला कबीर साहब ने पटवारी का नाम लैके दुआई मचाई। पंजाब सरकार ने पिछे जे कंप्यूटराइज सिस्टम कराया भी 1 पेज दे 10 या 20 रुपये दो तो फर्द कटाओ। उन्होंने की कीता, जदों रजिस्टरां तो कंप्यूटराइज करना सी, उहदे विच थोड़ा थोड़ा फर्क पा दिता। नंबर है जिस तरह वो बटे 1 लिखना तो बटे 2 लिखना, और जदों उन्होंने लोड़ पई लोन लैना सी, वेचनी सी, तो वो कह लगे जी ये तो गलत है, फिर जी ठीक कर दो। ये ठीक किवें होवेगा जी? वो कहते जी फिर तुहानूं पता ही है किवें ठीक होवेगा, ये तो इत्थों कानूगो साहब नूं रैफर करांगे, फिर तहसीलदार तो DC साहब कोल जाएगा, तो बड़ी लंबी चौड़ी प्रोसैसिंग है। रुपये दे दो, प्रोसैसिंग 5 मिनटां ठीक हो जाती। किसी DC कोल नहीं हो जाती, किसी तहसीलदार कोल नहीं जाती, किसी कानूगो कोल नहीं जाती। लख यतन कर लए ने सरकारां ने, पर यह महकमा तस तो मस नहीं होया। हुण उहदी तरज दे उत्ते गलाडा है, उहदी तरज दे उत्ते इंप्रूवमेंट ट्रस्ट ने, उन्हां दा भी यही हाल है। घर तुहाडा है, NOC लैनी है तो जां किसी की सिफारिश लियाओ, जां 20-30 हज़ार रुपया दिओ, नहीं तो जुत्ती कसाओ, नहीं मिलेगा, नहीं मिलेगा। कौन करदा है करप्शन जी? किसी होर सौर मंडल तो लोकी आउंदे ने, साडे तुहाडे विचों ने। असीं उन्हां नूं क्रिएट कीता। बेटा की करदा है जी? बेटा जॉब करता है जी। कितनी तनख्वाह है जी? जी तनख्वाह तो 20,000 ही है, 20,000 उत्तों भी बन जाता है। बड़े मान नाल दसने, ते जदों भाई बड़े मान नाल दसना भी उत्तों भी बन जाते हैं, तो फिर आहिस्ता आहिस्ता एक एटमोसफीयर इस तरह का क्रिएट होएगा भी सारे ही उत्तों बनाणगे। उत्तों वाली आमदन साडे घर आवे तो चंगी है, किसी के घर जाए तो माड़ी है। फिर इदां किदां गल बनेगी? दोहरे मापदंड तो नहीं ना चलणगे। तो भाई असी सारे कियास करिए, इस पासे ध्यान दईए, बच्चों को समझाइए, आप समझिए। ये जहर है। जदों कोई देंदा है नाल बददुआवां भी देंदा है, खुशी खुशी कोई नहीं देंदा, और वो बददुआवां लैके बह जांदियां ने। मैं फिर तुहाडी सुरत उत्थे लै जा। 9 डांडी साध संगत 5.5 फुट की करम हुंदी है, तो 5.5 फुट की डंडा मिण के ना फिर नाल सहायक लियाए हुंदे सन, वो फिर इदां मिणदे जांदे सन।
ਇਹ ਜਿਹੜੇ 9 ਨੇ ਨਾ, 2 ਕੰਨ, 2 ਅੱਖਾਂ, 4, 2 ਨਾਸਕਾ, 6 7ਵੀਂ ਰਸਨਾ, ਔਰ ਇਸੇ ਪ੍ਰਕਾਰ ਗੁਪਤਾਂਗ 8 ਗੁੱਦਾ 9 ਦੁਆਰੇ ਪ੍ਰਗਟ ਕੀਏ। ਇਹ ਪਟਵਾਰੀ ਦੇ ਨਾਲ ਡੰਡੇ ਲੈ ਕੇ ਮਿਣਨ ਵਾਸਤੇ ਆਉਂਦੇ ਨੇ ਜ਼ਮੀਨ ਨੂੰ। 9 ਡਾਂਡੀ, 10 ਮੁਨਸਫ ਤਾਵੇਂ ਤੇ 10 ਇੰਦਰੇ ਮੁਨਸਫ ਦਾ ਰੂਪ ਧਾਰਨ ਕਰਦੇ ਨੇ। ਇਹ ਕੀ ਕਰਦੇ ਨੇ? ਜਿਹੜਾ ਇਹਨਾਂ ਨੂੰ ਕੋਈ ਲਾਲਚ ਦੇ ਨਾ ਉਹਦੀ ਵਧਾ ਦਿੰਦੇ ਨੇ, ਜਿਹੜਾ ਨਾ ਦੇ ਉਹਦੀ ਘਟਾ ਦਿੰਦੇ ਨੇ। ਰਈਅਤ ਬਸਨ ਨਾ ਦੇਹੀ, ਜਿਵੇਂ ਉਹ ਜ਼ਮੀਨ ਘਟਾ ਦਿੰਦੇ ਨੇ, ਫਸਲ ਉਜਾੜ ਦਿੰਦੇ ਨੇ, ਇਸ ਤਰ੍ਹਾਂ ਸਤ ਸੰਤੋਖ, ਦਇਆ, ਧਰਮ, ਧੀਰਜ ਨੂੰ ਇਹ 9 ਡਾਂਡੀ 10 ਮੁਨਸਫ ਅੰਦਰ ਵਸਣ ਨਹੀਂ ਦਿੰਦੇ। ਕੀ ਕਰਦੇ ਨੇ? ਧਿਆਨ ਦੇ ਆ ਜੇ। 9 ਡਾਂਡੀ 10 ਮੁਨਸਫ ਤਾਵੇਂ ਰਈਅਤ, ਜਿਵੇਂ ਬਾਹਰ ਪ੍ਰਜਾ ਵਸਦੀ ਹੈ, ਰਈਅਤ ਵਸਦੀ ਹੈ, ਇਸ ਤਰ੍ਹਾਂ ਸਾਡੇ ਅੰਦਰ ਸਤ ਸੰਤੋਖ, ਦਇਆ, ਧਰਮ, ਧੀਰਜ ਜਿਹੜਾ ਵਸਦਾ ਸੀ, ਇਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ। ਜ਼ਮੀਨ ਖੋਹ ਲਈ ਉਹਨਾਂ ਨੇ, ਜਾਣਾ ਹੀ ਸੀ। ਰਈਅਤ ਬਸਨ ਨਾ ਦੇਹੀ, 9 ਡਾਂਡੀ 10 ਮੁਨਸਫ ਤਾਵੇਂ ਰਈਅਤ ਬਸਨ ਨਾ ਦੇਹੀ। ਤੇ ਕੀ ਕਰਦੇ ਨੇ? ਬਹੁ ਬਿਸ਼ਟਾਲਾ ਲੇਹੀ। ਬਿਸ਼ਟਾਲਾ, ਰਿਸ਼ਵਤ ਨੂੰ ਕਬੀਰ ਸਾਹਿਬ ਨੇ ਬਿਸ਼ਟਾਲਾ ਕਿਹਾ। ਜੀ ਬਿਸ਼ਟਾਲਾ ਕਿਉਂ ਕਿਹਾ ਹੈ? 2 ਅੱਖਰਾਂ ਦੀ ਸੰਧੀ ਨਾਲੇ ਬਣਦਾ ਬਿਸ਼ਟਾ ਪਲੱਸ ਆਲਿਆ। ਆਲਿਆ ਮੈਨੇ ਘਰ, ਵਿਸ਼ਟਾ ਕਹਿੰਦੇ ਨੇ ਮਨੁੱਖੀ ਜਿਹੜੀ ਵੇਸਟੇਜ ਹੈ, ਡਸਟ ਹੈ, ਜਿਹੜਾ ਮਨੁੱਖ ਸਵੇਰੇ ਉੱਠ ਕੇ ਜਦੋਂ ਫਲਸ਼ ਜਾਂਦਾ ਹੈ ਉਹਨੂੰ ਵਿਸ਼ਟਾ ਕਹਿੰਦੇ ਜੀ। ਕਹਿੰਦੇ ਇਹ ਵਿਸ਼ਟਾ ਖਾਂਦੇ ਨੇ। ਬਾਣੀ ਇਹਨੂੰ ਵਿਸ਼ਟਾ ਦੱਸਦੀ ਏ। ਜਿਹਨੂੰ ਅਸੀਂ ਬੜੇ ਮਾਣ ਨਾਲ ਸੋਫਿਆਂ ਤੇ ਬਹਿ ਕੇ ਕਹਿੰਦੇ ਜੀ ਬੇਟਾ 20,000 ਤਨਖਾਹ ਲੈਂਦਾ ਹੈ, 20,000 ਉੱਤੋਂ ਵੀ ਬਣ ਜਾਂਦਾ ਹੈ। ਉਹ ਜਿਹੜਾ ਉੱਤੋਂ ਬਣਦਾ ਨਾ ਉਹਨੂੰ ਗੁਰਬਾਣੀ, ਮੈਨੂੰ ਖਿਮਾ ਕਰ ਦੇਣਾ ਮੈਂ ਠੇਠ ਸ਼ਬਦ ਵਰਤ ਲਾਂ ਆਗਿਆ ਲੈ ਕੇ, ਕਬੀਰ ਸਾਹਿਬ ਕਹਿੰਦੇ ਗੂੰ ਖਾਂਦੇ ਨੇ। ਜਿਹੜੀ ਗੱਲ ਬੜੇ ਮਾਣ ਨਾਲ ਦੱਸਨੇ। ਬਹੁ ਬਿਸ਼ਟਾਲਾ ਲੇਹੀ, ਪਰ ਮੇਰੇ ਤੇ ਇੱਕ ਤਰਸ ਹੋਇਆ। 72 ਘਰ 72 ਖਾਨਿਆਂ ਵਾਲਾ ਸਰੀਰ, ਇੱਕ ਪੁਰਖ ਸਮਾਇਆ। ਇਸ ਸਰੀਰ ਵਿੱਚ ਜਿਹੜਾ ਅਕਾਲ ਪੁਰਖ ਬਿਰਾਜਮਾਨ ਹੈ, ਉਹਨ ਦੀਆ ਨਾਮ ਲਿਖਾਈ, ਉਹਦਾ ਨਾਮ ਮੈਨੂੰ ਮਿਲ ਗਿਆ ਗੁਰੂ ਕੋਲੋਂ। ਤੇ ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ। ਹੁਣ ਜਦੋਂ ਮੈਂ ਵਕਾਰਾਂ ਨਾਲੋਂ ਨਾਤਾ ਤੋੜ ਕੇ ਨਾਮ ਜਪਣ ਲੱਗ ਪਿਆ, ਧਰਮਰਾਜ ਨੇ ਆਪਣਾ ਸਾਰਾ ਦਫ਼ਤਰ ਫੋੜ ਮਾਰਿਆ। ਮੇਰੇ ਹਿੱਸੇ ਵਿੱਚ ਲੈਣਾ ਕੁਛ ਵੀ ਨਾ ਆਇਆ। ਮੇਰੇ ਉੱਤੇ ਕੋਈ ਐਲੀਗੇਸ਼ਨ ਦਫ਼ਤਰ ਵਿੱਚੋਂ ਨਿਕਲਿਆ ਹੀ ਨਹੀਂਗਾ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗੀ, ਤਜੀਲੇ ਸਰਬ ਜੰਜਾਲ। ਰਵਿਦਾਸ ਸਾਹਿਬ ਕਹਿੰਦੇ ਨੇ ਉਰਵਾਰ ਪਾਰ ਦੇ ਚਿੱਤਰਗੁਪਤੋ ਜੋ ਮੇਰੇ ਬਾਰੇ ਲਿਖਣਾ ਲਿਖ ਲਓ, ਕਿਉਂਕਿ ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ, ਮੇਰਾ ਤੁਸੀਂ ਵਿਗਾੜ ਹੀ ਕੁਝ ਨਹੀਂ ਸਕਦੇ। ਜਿਹੜਾ ਬੰਦਾ ਕ੍ਰਾਈਮ ਨਹੀਂ ਕਰਦਾ ਉਹ ਕਹਿੰਦਾ ਜੀ ਮੈਨੂੰ ਪੁਲਿਸ ਦੀ ਕੀ ਪਰਵਾਹ ਹੈ, ਮੈਂ ਕਿਹੜਾ ਕ੍ਰਾਈਮ ਕਰਨਾ। ਹਾਲਾਂਕਿ ਸਾਡੇ ਇੱਥੇ ਤੇ ਵਾਤਾਵਰਨ ਇਹ ਹੈ ਵੀ ਤੁਸੀਂ ਨਹੀਂ ਵੀ ਕਰਦੇ ਤੇ ਜੇ ਉਹਨਾਂ ਅੜਾਣਾ ਤੇ ਕਈ ਅੜਾ ਦਿੰਦੇ ਨੇ। ਰਾਜਨੀਤਿਕ ਰੰਜਿਸ਼ਬਾਜੀ ਵਿੱਚ ਵੀ ਇਸ ਤਰ੍ਹਾਂ ਫਰਜ਼ੀ ਕੇਸ ਪਾਏ ਜਾਂਦੇ ਨੇ, ਉਂਝ ਵੀ ਕਈ ਪਾਏ ਜਾਂਦੇ ਨੇ। ਸਾਡੇ ਇੱਥੇ ਬੜੇ ਫਰਜ਼ੀ ਮੁਕਾਬਲੇ ਹੋਏ ਪਿਛਲੇ ਸਮੇਂ, ਖਾੜਕੂ ਲਹਿਰ ਵੇਲੇ। ਤਰੱਕੀ ਲੈਣ ਵਾਸਤੇ ਪਕੜ ਕੇ ਨੌਜਵਾਨਾਂ ਨੂੰ ਫਰਜ਼ੀ ਐਨਕਾਊਂਟਰ ਬਣਾਏ ਗਏ। ਇਹ ਵੀ ਦੌਰ ਇੱਥੇ ਚੱਲਿਆ। ਖੈਰ 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ। ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ। ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। हे ਭਾਈ ਤੁਹਾਡੇ ਵਿੱਚੋਂ ਕੋਈ ਧਿਰ ਸੰਤਾਂ ਦੀ ਨਿੰਦਿਆ ਨਾ ਕਰੋ, ਕਿਉਂਕਿ ਸੰਤਾਂ ਵਿੱਚ ਤੇ ਰਾਮ ਵਿੱਚ ਕੋਈ ਫਰਕ ਨਹੀਂ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਬੇਕੋ। ਮੈਂ ਤੇ ਸੰਤ ਗੁਰੂ ਪ੍ਰਾਪਤ ਕੀਤਾ। ਉਹ ਸੰਤ ਗੁਰੂ ਨੇ ਮੈਨੂੰ ਨਾਮ ਦਿੱਤਾ ਤੇ ਉਸ ਨਾਮ ਦੀ ਬਰਕਤ ਨਾਲ ਮੈਂ ਇਹਨਾਂ ਵਕਾਰਾਂ ਤੋਂ ਖਹਿੜਾ ਛਡਾ ਲਿਆ। ਇਸ ਲਈ ਡਗਮਗ ਛਾੜ ਰੇ ਮਨ ਬੌਰਾ, ਅਬ ਤਉ ਜਰੇ ਮਰੇ ਸਿੱਧ ਪਾਈਐ। ਭਾਈ ਜਿਸ ਤਰ੍ਹਾਂ ਸਤੀ ਹੱਥ ਵਿੱਚ ਸੰਧੂਰ ਨਾਲ ਲਿਬੜਿਆ ਹੋਇਆ ਨਾਰੀਅਲ ਲੈ ਕੇ ਜਿੰਨਾ ਚਿਰ ਫਿਰ ਉਹਦੇ ਵਿੱਚ ਸੜ ਕੇ ਮਰ ਨਾ ਜਾਏ ਉਹਨਾਂ ਚਿਰ ਸਤੀ ਦਾ ਮਰਾਤਬਾ ਨਹੀਂ ਨਾ ਮਿਲਦਾ। ਇਸੇ ਤਰ੍ਹਾਂ ਰਣ ਤੱਤੇ ਵਿੱਚ ਵਕਾਰਾਂ ਦੇ ਟਾਕਰੇ ਤੇ ਤੂੰ ਡਟ ਗਿਆ ਹੈ ਤੇ ਹੁਣ ਸੂਰਮਾ ਤਾਂ ਹੈ ਜੇ ਇਹਨਾਂ ਨੂੰ ਆਪਣੇ ਸਰੀਰ ਦੇ ਵਿੱਚੋਂ ਖਦੇੜ ਕੇ ਆਪਣੇ ਸਰੀਰ ਦਾ ਕਬਜ਼ਾ ਇਹਨਾਂ ਤੋਂ ਬਹਾਲ ਕਰਾ ਲਵੇਂ। ਤੇ ਜੇ ਤੈਨੂੰ ਤਾ ਉਮਰ ਕਾਮ ਹੀ ਭਜਾਈ ਫਿਰੇ, ਕ੍ਰੋਧ ਭਜਾਈ ਫਿਰੇ,
जिधर लोभ का दिल करे भजा के लै जाए, जिधर मोह का दिल करे तेरे तो 2-2 लाख दियां टिकटां करा के तेनों उधर भजाई फिरे। हंकार तेरे मोढियां ते चढ़िया फिरे तो फिर तेरा शरीर काहदा है? शरीर तो फिर विकारां दा होया, क्योंकि वरतदे वो ने, चीज़ उहदी हुंदी है जिहड़ा वरते। इस वास्ते डगमग छाड़ रे मन बौरा, अब तऊ जरे मरे सिद्ध पाइए लीनो हाथ संधौरा। मन रे छाडो भरम प्रगट होए नाचो। हुण भटकना जिहड़ी वकारां वाली है वो छड्ड दे। हुण प्रगट हो के बिल्कुल लुक छिप के नहीं, बिल्कुल नंगा हो के वकारां दे सामने शमशीर लैके आ जा, उन्हां नूं ललकार के आख भी आ जाओ, अज हो जाए, जां अज तुसीं नहीं ते जां मैं नहीं। मन रे छाडो भरम प्रगट होए नाचो, स्पष्ट तौर पर नंगे होके नचो, भाव लुक छुप के नहीं, स्पष्ट तौर पर उन्होंने दे सामने आ जाओ। या माया के डांडे, डांडे मैंने दंड सजा, आ जिहड़ा काम क्रोध है ना, ये माया ने तेनू एक किस्म की सजा दी हुई है, गल नूं समझण की कोशिश कर। सूर के सन्मुख रण ते डर पै, वो कादा सूरमा सामने रण तत्ते विच जंग हो रहा हो तो डरदा पिछे खलोता रहे। ते सती के सांचे भांडे, वो कादी सची है, ਉਹਦੇ पति की लाश लैके लोकी शमशान च जा रहे हैं, वो कहे मैं भांडा टिंडर साਂਭ के आउनी आ, हुण तू भांडियां तो की लैना है, जिन्हां दे भांडे ने आपे मांजणगे। मैं आ बाकी थोड़े जे रस कस लै ला, फिर एक स्टेज ते जाके वकारां दा खिहड़ा छड्डांगा। बई हुण क्यों इदां सोचना है? ये तो इदां होया जिद्दां सती होण वाली इस्त्री कहे मैं भांडा टिंडर साਂਭ के कपड़े धो के अन्न पानी बना के फिर सती होवांगी, ते सारे हस के कहणगे भी तेनू भांडे टिंडर नाल की, तेनू लत्ते कपड़े नाल की, तेनू अन्न पानी नाल की, तू ते खाना को नहींगा। सूर के वो कादा सूर मैं सन्मुख रन ते डर पै सती के सांचे भांडे, वो कादी सती है जिहड़ी भांडा टिंडर ही साਂਭदी फिरे। इसलिए डगमग छाड़ रे मन बौरा, अब तो जरे मरे सिद्ध पाइए लीनो हाथ सिंधौरा। असल पंक्तियां ने डगमग छाड़, डगमग डगमग छाड़ रे मन बौरा, डगमग छाड़ रे मन बौरा, डगमग अब तो जरे मरे सिद्ध पाइए, अब तो जरे मरे सिद्ध पाइए, अब तो अब तो जरे मरे सिद्ध पाइए, अब तो जरे मरे सिद्ध पाइए। वकार सामने खलोते ने, कोई नहीं साल कू ठहर के मैं तुहानू वेख लांगा, इदां थोड़ा हुंदा है। पति दी लाश चिखा ते पई है ते तू साल ठहर के सती होवेंगी। जंग अज हो रहा, तू साल ठहर के आके जंग करेगा? नहीं भाई, हुणे आ। काल करंता अबे कर, अब करता सोय ताल, पाछे कछू ना होए गो जो सर पर आवे काल। पर असी आने असी की कहने, असी आलस कर जाने। आज करे सो कल कर, ये मैं कोलों ही बनाई है गल, बाणी नहीं गी खिमा करना। आज करे सो कल कर, कल करे सो परसों, इतनी जल्दी क्या है प्यारे जब जीना है बरसों। असी इदां कह जाने। नहीं भाई, न बिलंब धर्मंग बिलंब पापंग, धर्म का काम करन लगा डिले पोस्टपोन ना कर, पाप नूं डिले कर दे, चंगे काम नूं डिले ना कर। अंतले बोल हन, काम क्रोध माया के लीने या बिद जगत बगूता। ज़्यादातर दुनिया काम क्रोध ये जे माया का ही हिस्सा है, इन्हां दे विच खचत हो के जन्म व्यर्थ गवारी है। कह कबीर राजा राम ना छोड़ो सगल ऊच ते ऊचा। हुण भाई मैं ते जिहड़ा सारियां तो उच्चा राजा राम पाप परमात्मा है, गुरु ने मैनू मत दिती, मैं ते हुण
ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਔਰ ਇਹਨਾਂ ਨੂੰ ਆਪਣੇ ਸਰੀਰ ਦੇ ਵਿੱਚੋਂ, ਆਪਣੇ ਪਿੰਡੇ ਦੇ ਵਿੱਚੋਂ ਖਦੇੜ ਦਿੱਤਾ ਹੈ। ਤੋ ਸਾਧ ਸੰਗਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ